इस तरीके नाल घरों निकलते सार कोई गड्डियां नाल तुरन लग पैंदियां सी कि सिद्धू दे फैंस हुंदे सन कि जिथे सिद्धू रुकेगा तो असीं उत्थे उहनां दे नाल फोटो खिचवा लवांगे ते इस तरीके नाल लोग फोटो खिचवांदे रहे सी। तां सिद्धू ने कहा कि फैंस होणगे फोटो खिचवाउण वाले तां आपां अपने काम चले आ उत्थे ही जांदे रहिए। तो जांदे रहे पर एक मोड़ दे उत्ते आके एहसास हो गया कि नहीं ये फोटो खिचवाउण वाले फैन नहीं है बल्कि एक कोई गलत अंसर ने जो हमला करने के इरादे नाल किते ना किते पहुंचे हुए ने। तो उस तो बाद गड्डी दे थार गड्डी दे टायरां दे उत्ते फायरिंग की गई करोला कार दे सवार गैंगस्टरां दे वल्लों ते उस तो बाद सिद्धू ने भी 2 फायर कड्ढे उन्हां दे पिस्तौल दे विच सिर्फ 2 ही ਜਿਹੜੇ ਗੋਲੀਆਂ ਸੀ ਉਹਨਾਂ ਨੇ 2 ਫਾਇਰ ਕੱਢੇ। ਤਾਂ ਉਸ ਤੋਂ ਬਾਅਦ ਅੰਨੇਵਾਹ ਫਾਇਰਿੰਗ ਹੋਈ ਤੇ ਸਿੱਧੂ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ। ਚੱਲਣ ਦਾ ਮੈਂ ਪੁੱਛਿਆ ਵੀ ਕੀ ਕਿਸ ਤਰ੍ਹਾਂ ਪ੍ਰੋਗਰਾਮ ਸੀ ਕਿ ਪ੍ਰੀ ਪਲੈਨਿੰਗ ਸੀ ਤੁਸੀਂ ਉੱਥੇ ਹੀ ਜਾਣਾ ਸੀ ਜਾਂ ਕਿਸੇ ਨੂੰ ਦੱਸਿਆ ਸੀ? ਤਾਂ ਉਹ ਕਹਿੰਦੇ ਸਾਰਾ ਦਿਨ ਹੀ ਘਰ ਸੀ ਕੋਈ ਇਹੋ ਜਿਹੀ ਪਲੈਨਿੰਗ ਹੀ ਨਹੀਂ ਸੀਗੀ ਵੀ ਅਸੀਂ ਉੱਥੇ ਜਾਣਾ। ਤਾਂ ਸਿੱਧੂ ਨੇ ਕਿਹਾ ਕਿ ਮਾਸੀ ਦਾ ਪਤਾ ਲੈ ਕੇ ਆਉਣੇ ਆ। ਤਾਂ ਪਹਿਲਾਂ ਉਹਨਾਂ ਨੇ ਇੱਕ ਦੂਜੀ ਗੱਡੀ ਕੱਢੀ ਆ ਸ਼ਾਇਦ ਪਜੈਰੋ ਤੇ ਉਹਦਾ ਟਾਇਰ ਪੈਂਚਰ ਸੀਗਾ। ਪਹਿਲਾਂ ਪਜੈਰੋ ਗੱਡੀ ਕਿਉਂਕਿ ਹੁਣ ਤੱਕ ਚਰਚਾ ਸੀ ਫੋਰਚੂਨਰ ਬੁਲਟ ਪ੍ਰੂਫ ਗੱਡੀ ਹੈ। ਨਹੀਂ ਦੂਸਰੀ ਪਜੈਰੋ ਗੱਡੀ ਕੱਢੀ ਆ ਉਹਦਾ ਪਜੈਰੋ ਗੱਡੀ ਟਾਇਰ ਪੈਂਚਰ ਸੀਗਾ ਉਹਦਾ। ਤਾਂ ਉਹ ਟਾਇਰ ਪੈਂਚਰ ਸੀ। ਸਿੱਧੂ ਤੁਸੀਂ ਜਾਣਦੇ ਹੋ ਕਿ ਟਰੈਕਟਰ ਚਲਾਉਣ ਦਾ ਗੱਡੀਆਂ ਚਲਾਉਣ ਦਾ ਸ਼ੌਕੀਨ ਸੀ। ਉਹ ਕਹਿੰਦਾ ਵੀ ਥਾਰ ਨਹੀਂ ਕਦੇ ਲੈ ਕੇ ਗਏ ਥਾਰ ਤੇ ਚੱਲਦੇ ਆ। ਤਾਂ ਜਦੋਂ ਉਹਨਾਂ ਨੇ ਕਹਿੰਦੇ ਥਾਰ ਕੱਢੀ ਆ ਤੇ ਥਾਰ ਕੰਜਸਟਡ ਹੁੰਦੀ ਆ ਥੋੜੀ ਜਿਹੀ ਤੁਸੀਂ ਵੇਖੋ ਪਿੱਛੇ ਇੱਕ ਹੀ ਬੰਦਾ ਬੈਠ ਸਕਦਾ ਅੱਗੋਂ ਦੀ ਦੋ ਬਹਿੰਦੇ ਆ। ਤਾਂ ਉਸ ਟਾਈਮ ਕੀ ਹੋਇਆ ਕਿ ਤਿੰਨੋਂ ਇਹਨਾਂ ਨੇ ਥਾਰ ਦੇ ਉੱਤੇ ਤਿੰਨੋਂ ਗਏ ਤਾਂ ਚੌਥੇ ਨੂੰ ਜਿਹੜਾ ਸੀਗਾ ਗਨਮੈਨ ਕਹਿੰਦੇ ਤਾਂ ਉਹ ਸਿੱਧੂ ਨੇ ਕਹਿਤਾ ਕਿ ਜਗ੍ਹਾ ਹੈ ਨਹੀਂ ਆਪਾਂ ਹੁਣ ਤਾਂ ਆ ਜਾਣਾ ਕਿਉਂਕਿ ਰਸਤਾ ਹੀ ਸਿਰਫ ਨਾਲ ਹੀ ਤਾਂ ਹੈ ਵੀ ਆਪਾਂ ਹੁਣੇ ਹੀ ਆ ਜਾਣਾ। ਸਿੱਧੂ ਮੂਸੇਵਾਲੇ ਨੇ ਗਨਮੈਨ ਨੂੰ ਕਿਹਾ ਸਿੱਧੂ ਨੇ ਕਿਹਾ ਵੀ ਆਪਾਂ ਹੁਣੇ ਹੀ ਆ ਜਾਣਾ ਤੁਸੀਂ ਰਹੋ। ਤਾਂ ਉਹ ਕਹਿੰਦੇ ਵੀ ਅਸੀਂ ਤਿੰਨੋਂ ਨਿਕਲ ਗਏ। ਤੁਸੀਂ ਵੇਖੋਗੇ ਤੁਸੀਂ ਵੇਖਿਆ ਹੋਣਾ ਸਿੱਧੂ ਦੀ ਹਵੇਲੀ ਤੋਂ ਲੈ ਕੇ ਜਦੋਂ ਮੇਨ ਰੋਡ ਆਉਣੇ ਆ ਸਿਰਫ 500 ਮੀਟਰ ਦਾ ਰਸਤਾ 500 ਤੋਂ ਵੀ ਘੱਟ ਮੀਟਰ ਜਦੋਂ ਮੇਨ ਰੋਡ ਤੇ ਚੜੇ ਆ ਤਲਵੰਡੀ ਟੂ ਮਾਨਸਾ ਰੋਡ ਆ ਜਿਹੜੀ ਮੇਨ ਤਾਂ ਉਹ ਥੋੜੀ ਦੂਰ ਹੀ ਗਏ ਆ ਮਾਨਸਾ ਵਾਲੀ ਸਾਈਡ ਨੂੰ। ਤਾਂ ਪਿੱਛੋਂ ਇੱਕ ਗੱਡੀ ਨੇ ਚਾਣ ਚੱਕ ਕਹਿੰਦੇ ਪਿੱਛਾ ਕਰਨਾ ਸ਼ੁਰੂ ਕਰਤਾ। ਇਹ 2 ਗੱਡੀਆਂ ਸੀਗੀਆਂ ਦੋਵਾਂ ਚੋਂ ਬਲੈਰੋ ਇੱਕ ਜਿਹੜੀ ਕਰੋਲਾ ਗੱਡੀ ਨੇ ਪਿੱਛਾ ਕਰਨਾ ਇੱਕ ਗੱਡੀ ਨੇ ਪਿੱਛਾ ਕਰਨਾ ਕਹਿੰਦੇ ਸ਼ੁਰੂ ਕੀਤਾ। ਸਿੱਧੂ ਮੂਸੇਵਾਲਾ ਜਦੋਂ ਘਰੋਂ ਬਾਹਰ ਨਿਕਲੇ 300 ਮੀਟਰ ਤੋਂ ਖੱਬੇ ਹੱਥ ਮੁੜੇ ਮੇਨ ਰੋਡ ਤੇ। ਤਾਂ ਕਈ ਵਾਰੀ ਇਹ ਹੁੰਦਾ ਕਿ ਉਹ ਕਹਿੰਦੇ ਅਸੀਂ ਵੀ ਆਖਿਆ ਵੀ ਗੱਡੀ ਲੱਗਦਾ ਪਿੱਛੇ ਆ। ਤਾਂ ਸਿੱਧੂ ਦੇ ਫੈਨ ਬੜੇ ਆ ਵੀ ਸਿੱਧੂ ਜਦੋਂ ਘਰੋਂ ਨਿਕਲਦਾਗਾ ਫੈਨ ਫੋਟੋ ਕਰਾਉਣ ਨੂੰ ਮਿਲਣ ਵਾਸਤੇ ਪਿੱਛੇ ਲਾ ਲੈਂਦੇ ਆ ਗੱਡੀਆਂ। ਤਾਂ ਸਿੱਧੂ ਨੇ ਕਿਹਾ ਵੀ ਕੋਈ ਫੈਨ ਹੋਊਗਾ ਤੇ ਉਹਨੇ ਗੱਡੀ ਪਿੱਛੇ ਲਾਤੀ ਤੇ ਉਹਨੂੰ ਜਾਨੀ ਕਿ ਇੱਕ ਵਾਰੀ ਸੀਰੀਅਸ ਨਹੀਂ ਲਿਆ। ਤਾਂ एहसास ਤਾਂ ਹੋ ਚੁੱਕਿਆ ਸੀ ਕਿ ਕੋਈ ਪਿੱਛਾ ਕਰ ਰਿਹਾ ਔਰ ਗਲਤ ਆਨਸਰ ਨੇ। ਇਹ ਵੀ ਤੁਹਾਨੂੰ ਦੱਸੀਏ ਕਿ ਇੱਕ ਬਹੁਤ ਵੱਡਾ ਖੁਲਾਸਾ ਇਹ ਵੀ ਕੀਤਾ ਗਿਆ ਸਿੱਧੂ ਦੇ ਦੋਸਤਾਂ ਦੇ ਵੱਲੋਂ ਕਿ 500 ਮੀਟਰ ਪਹਿਲਾਂ ਵੀ ਜਿੱਥੇ ਪੂਰੀ ਘਟਨਾ ਵਾਪਰੀ ਉਸ ਤੋਂ ਕਰੀਬ ਅੱਧਾ ਕਿਲੋਮੀਟਰ ਪਹਿਲਾਂ ਵੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਰੋਲਾ ਦੇ ਵੱਲੋਂ। ਤੇ ਉਸ ਤੋਂ ਬਾਅਦ ਜਦੋਂ ਨਹੀਂ ਉਹ ਓਵਰਟੇਕ ਕਰ ਸਕਿਆ ਤਾਂ ਉਸ ਤੋਂ ਬਾਅਦ ਫਿਰ ਰੋਂਗ ਸਾਈਡ ਤੋਂ यानी जे गड्डी सीधी जा रही है तो फिर उसके रॉन्ग साइड तो आप खब्बे पासे जाने हैं गड्डी दे हेठां तो रॉन्ग साइड तो ओवरटेक किया गया। गड्डी बराबर करके थार दे टायर दे उत्ते फायरिंग की गई। मूसेवाला ने कहा कि जो फायरिंग हुई तो उस तो बाद मूसेवाला ने जवाबी 2 फायर भी कटे। ते इस विचाले मूसेवाला अपने दोस्तों को कहते हैं कि डरो ना हौसला रखो। सिद्धू मूसेवाला ने हवाई फायर भी इस विचाले 2 कटे। मूसेवाला दे पिस्टल दे विच सिर्फ 2 ही गोलियां सी। ਤਾਂ ਇਸ ਦੇ ਪਿੱਛੇ ਵਜ੍ਹਾ ਵੀ ਦੱਸ ਰਹੇ ਨੇ ਵਿਧਾਇਕ ਤੇ ਕਹਿ ਰਹੇ ਨੇ ਕਿ ਪਿਤਾ ਨਾਲ ਗੱਲਬਾਤ ਹੋਈ ਹੈ ਤੇ ਪਿਤਾ ਨੇ ਬਿਆਨ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਦੋਸਤ ਜਾਂ ਕੋਈ ਉਹਨਾਂ ਨੂੰ ਮਿਲਣ ਘਰ ਆਇਆ ਸੀ ਵੈਪਨ ਲੈ ਕੇ ਆਇਆ ਸੀ ਉਸਨੇ ਆਪਣੇ ਵੈਪਨ ਦੇ ਕੁਝ ਫਾਇਰ ਚਲਾਏ ਤਾਂ ਸਿੱਧੂ ਨੇ ਆਪਣੀ ਪਿਸਤੌਲ ਦੇ ਕੁਝ ਫਾਇਰ ਕੱਢੇ ਤਾਂ ਇਸ ਵਿਚਾਲੇ ਉਸ ਤੋਂ ਬਾਅਦ ਰੀਲੋਡ ਨਹੀਂ ਕੀਤੀ ਸਿਰਫ 2 ਹੀ ਗੋਲੀਆਂ ਉਸ ਦੇ ਵਿੱਚ ਬਾਕੀ ਸੀ। ਤਾਂ ਮੂਸੇਵਾਲਾ ਕਤਲकांड ਦੀ ਕਹਾਣੀ ਉਸਦੇ ਦੋਸਤਾਂ ਦੀ ਜ਼ੁਬਾਨੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਹਨਾਂ ਦੋਸਤਾਂ ਨੂੰ ਮਿਲ ਕੇ ਆਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਕਹਾਣੀ ਦੱਸੀ ਜਾ ਰਹੀ ਹੈ ਕਿ ਆਖਿਰ ਉਸ ਸਮੇਂ ਹੋਇਆ ਕੀ 5 ਵਜੇ ਤੋਂ ਲੈ ਕੇ 5:30 ਤੱਕ ਅੱਧੇ ਘੰਟੇ ਦੇ ਵਿੱਚ ਆਖਿਰ ਕੀ ਕੁਝ ਹੋਇਆ। ਤਾਂ ਸਿੱਧੂ ਮੂਸੇਵਾਲਾ ਤੇ ਉਸਦੇ ਦੋਸਤਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਇਸ ਪੂਰੀ ਵਾਰਦਾਤ ਦੇ ਜਦੋਂ ਅੰਜਾਮ ਦਿੱਤਾ ਗਿਆ ਉਸ ਤੋਂ ਕੁਝ ਮਿੰਟ ਪਹਿਲਾਂ ਕਿ ਜਿਹੜੇ ਲੋਕ ਆਏ ਨੇ ਇਹ ਗਲਤ ਅਨਸਰ ਨੇ ਔਰ ਇਹਨਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਸਕਦਾ ਹੈ ਪਰ ਸ਼ਾਇਦ ਇੰਨਾ ਜ਼ਿਆਦਾ नहीं सोचा होगा सिद्धू मूसेवाला ते उन्हां दे दोस्तां ने कि इन्ना जबरदस्त हमला होएगा और इस तरीके दे हथियारां दा इस्तेमाल किया जाएगा। सिद्धू ने उत्थे स्लो करके गड्डी बरनाले वाले पासे नूं मोड़ी तां गड्डी नूं बराबर उन्हां ने एकदम बराबर ला के टायर च गोलियां मारियां
ਪਹਿਲੀਆਂ ਗੋਲੀਆਂ ਉਹਨਾਂ ਨੇ ਟਾਇਰ 'ਚ ਮਾਰੀਆਂ, ਸਿੱਧੂ ਦੇ ਨਹੀਂ ਮਾਰੀਆਂ। ਨਹੀਂ, ਟਾਇਰਾਂ 'ਚ ਵੱਜੀ ਆ ਤਾਂ ਜਦੋਂ ਗੱਡੀ ਅੱਗੇ ਨਾ ਜਾ ਸਕੇ। ਹਾਂ, ਜਦੋਂ ਟਾਇਰ 'ਚ ਗੋਲੀ ਵੱਜੀ ਤਾਂ ਸਿੱਧੂ ਅਲਰਟ ਹੋਇਆ। ਸਿੱਧੂ ਨੇ ਆਪਦਾ ਜਿਹੜਾ ਵੀ ਉਹਦੇ ਕੋਲੇ ਵੈਪਨ ਸੀ 45 ਬੋਰ, ਤਾਂ ਉਹਨੇ ਵੈਪਨ ਦੇ ਨਾਲ ਅਲਰਟ ਹੋ ਕੇ ਫਾਇਰ ਵੀ ਕੀਤੇ ਆ ਵੀ ਸ਼ਾਇਦ ਕੋਈ ਡਰ ਜੇ ਵੀ ਫਾਇਰ ਉਦੋਂ ਬਿਲਕੁਲ ਬਰਾਬਰ ਸੀ ਫਾਇਰ ਹੋਏ ਆ। ਤਾਂ ਫਾਇਰ ਸਿੱਧੂ ਨੇ ਫਾਇਰ ਕੀਤਾ ਜਦੋਂ ਦੀ ਟਾਇਰ ਤੇ ਗੱਡੀ ਦੇ ਟਾਇਰ ਤੇ ਲੱਗੀ, ਫਿਰ ਸਿੱਧੂ ਨੇ ਫਾਇਰ ਕੀਤਾ। ਸਿੱਧੂ ਨੇ ਅੱਗੋਂ ਫਾਇਰ ਕੀਤਾ। ਕਿੰਨੇ ਫਾਇਰ ਕੀਤੇ? 2 ਫਾਇਰ ਹੀ ਹੋਏ ਆ ਕਿਉਂਕਿ ਉਹਦੇ ਕੋਲੇ ਕਾਰਤੂਸ ਸੀ 2 ਸੀ। ਕਾਰਤੂਸ 2 ਸੀ, ਪੂਰੀ ਭਰੀ ਨਹੀਂ ਹੋਈ ਸੀ। ਨਹੀਂ 2 ਹੀ ਸੀਗੇ ਉਹਦੇ ਚ। 2 ਫਾਇਰ ਹੋਇਆ। ਜਦੋਂ ਫਾਇਰ ਹੋਇਆ ਤਾਂ ਫਿਰ ਉਹਨਾਂ ਨੇ ਗੱਡੀ ਇੱਕਦਮ ਅੱਗੇ ਕੱਢ ਲਈ ਕਹਿੰਦੇ। ਫਿਰ ਕੱਢ ਕੇ ਦੁਬਾਰੇ 2 ਫਾਇਰ ਹੋਏ ਉਹਨਾਂ ਦੀ ਗੱਡੀ ਤੇ ਲੱਗਾ। ਨਹੀਂ ਉਹ ਸਿੱਧੂ ਨੇ ਇਹ ਸੀਗਾ ਨਾ ਵੀ ਇਹ ਜਿਹੜੇ ਬੰਦੇ ਹੈਗੇ, ਇੱਕ ਵਾਰੀ ਡਰਾਮਾ ਵੀ ਮੇਰੇ ਕੋਲੇ 20 ਰਿਵਾਲਵਰ ਹੈ, ਮੇਰੇ ਕੋਲੇ ਵੈਪਨ ਹੈ। ਸਿੱਧੂ ਨੇ ਹਵਾ 'ਚ ਉੱਪਰ ਫਾਇਰ ਕੀਤਾ। ਸਿੱਧੂ ਨੇ ਫਾਇਰ ਕੀਤਾ ਕਿਉਂਕਿ ਤੁਸੀਂ ਵੇਖੋਗੇ ਜਿਹੜੇ ਪਾਸੇ ਸਿੱਧੂ ਚਲਾ ਕੇ ਜਾ ਰਿਹਾ ਹੈਗਾ, ਉਹ ਓਵਰਟੇਕ ਤਾਂ ਦੂਜੀ ਸਾਈਡ ਕਰ ਰਹੇ ਸੀ ਨਾ ਜਦੋਂ ਫਾਇਰ ਹੋਇਆਗਾ। ਤਾਂ ਸਿੱਧੂ ਨੇ ਲੱਗਿਆ ਵੀ ਇੱਕ ਵਾਰੀ ਡਰਾਮਾ ਵੀ ਡਰਨਗੇ ਵੈਪਨ ਆ, ਬਟ ਉਹ 2 ਹੀ ਉਹਦੇ ਕੋਲੇ। ਸਿੱਧੂ ਨੇ ਮਾਈਂਡ 'ਚ ਇਹ ਸੀਗਾ ਵੀ ਮੇਰਾ ਵੈਪਨ ਫੁੱਲ ਲੋਡ ਆ, ਜਿਹੜੀ ਮੇਨ ਗੱਲ ਆ। ਪਰ ਜਦੋਂ ਫੇਰ ਫਾਇਰ ਨਾ ਹੋਇਆ, ਉਸ ਟਾਈਮ ਜਦੋਂ ਫਾਇਰ ਹੋਇਆ ਅੱਗੇ ਲੰਘ ਗਈ ਗੱਡੀ, ਤੇ ਜਦੋਂ ਫਾਇਰ ਨਾ ਹੋਇਆ ਉਹਨਾਂ ਨੇ ਅੱਗੋਂ ਗੱਡੀ ਫੇਰ ਰੋਕ ਕੇ ਫਿਰ ਉਤਰ ਕੇ ਕਹਿੰਦੇ ਵੀ ਫਿਰ ਤਾਂ ਨਾ ਸਾਨੂੰ ਨਹੀਂ ਪਤਾ ਲੱਗਿਆ, ਜਿਵੇਂ ਧੂਆਂ ਨਹੀਂ ਉੱਠਦਾ ਹੁੰਦਾ, ਇੱਕਦਮ ਇੰਨਾ ਵੈਪਨ ਦਾ ਇੰਨੇ ਜ਼ੋਰ ਦੀ ਗੋਲੀਬਾਰੀ ਹੋਈ ਆ। ਕਿੰਨੀ ਜ਼ਬਰਦਸਤ ਫਾਇਰਿੰਗ ਹੋਈ ਹੈ ਕਿ ਦੋਸਤ ਕਹਿ ਰਹੇ ਨੇ ਕਿ ਜਦੋਂ ਫਾਇਰਿੰਗ ਹੋਈ ਤਾਂ ਲੱਗਿਆ ਕਿ ਗੱਡੀ ਦੇ ਵਿੱਚ ਜਿਵੇਂ ਧੂਆਂ ਹੀ ਧੂਆਂ ਹੋ ਗਿਆ। ਇੰਨੀ ਜ਼ਬਰਦਸਤ ਫਾਇਰਿੰਗ ਹੋਈ। ਪਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਇੱਕ ਹੋਰ ਵੱਡੀ ਖਬਰ ਦੱਸਦੇ ਆ, ਇੱਕ ਹੋਰ ਵੱਡਾ ਖੁਲਾਸਾ ਜੋ ਕੀਤਾ ਗਿਆ ਹੈ ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਵੱਲੋਂ, ਜੋ ਜ਼ਖਮੀ ਹੋਏ ਨੇ, ਸਿੱਧੂ ਦੇ ਨਾਲ ਗੱਡੀ 'ਚ ਸਵਾਰ ਸੀ। ਤੇ ਉਹਨਾਂ ਨੇ ਕਿਹਾ ਕਿ ਕਰੋਲਾ ਗੱਡੀ ਵਾਲਿਆਂ ਨੇ ਪਹਿਲਾਂ ਫਾਇਰਿੰਗ ਕੀਤੀ ਹੈ। ਬਲੈਰੋ ਗੱਡੀ ਬਾਰੇ ਸਾਨੂੰ ਪਤਾ ਹੀ ਨਹੀਂ ਸੀ। ਹਾਈਟੈਕ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਥਾਰ ਦੇ ਵਿੱਚ ਧੂਆਂ ਹੀ ਧੂਆਂ ਹੋ ਗਿਆ ਸੀ। ਇੱਕ ਵਾਰ ਫਾਇਰਿੰਗ ਬੰਦ ਹੋਣ ਤੇ ਮੁੜ ਤੋਂ ਫਾਇਰਿੰਗ ਕੀਤੀ ਗਈ। ਸਿੱਧੂ ਦੀ ਮੌਤ ਹਮਲਾਵਰਾਂ ਨੇ ਯਕੀਨ ਨਹੀਂ ਕੀਤੀ। ਕਰੀਬ 2 ਮਿੰਟ ਤੱਕ ਫਾਇਰਿੰਗ ਹੁੰਦੀ ਰਹੀ ਔਰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਵੱਡਾ ਖੁਲਾਸਾ ਹੈ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ। ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਹੋਇਆ ਕਿ ਜਦੋਂ ਅੰਡਰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਤੋਂ ਬਾਅਦ ਕਰੋਲਾ ਗੱਡੀ ਦੇ ਵਿੱਚੋਂ ਪਹਿਲਾਂ ਫਾਇਰ ਕੱਢੇ ਜਾਂਦੇ ਨੇ ਔਰ ਸਿੱਧੂ ਮੂਸੇਵਾਲਾ ਦੀ ਥਾਰ ਦੇ ਟਾਇਰਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਟਾਇਰਸ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਗੱਡੀ ਉੱਥੇ ਰੁਕਦੀ ਹੈ। ਸਿੱਧੂ 2 ਫਾਇਰ ਕੱਢਦੇ ਨੇ ਤਾਂ ਫਿਰ ਕਰੋਲਾ ਦੇ ਵਿੱਚੋਂ ਫਾਇਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਵਿਚਾਲੇ ਫਿਰ ਬਲੈਰੋ ਪਹੁੰਚਦੀ ਹੈ ਜਿਸ ਦੇ ਵਿੱਚੋਂ ਨਿਕਲ ਕੇ ਫਾਇਰਿੰਗ ਕਰਦੇ ਨੇ ਬਦਮਾਸ਼। ਤੇ ਇਹ ਵੀ ਦੱਸਿਆ ਗਿਆ ਸਿੱਧੂ ਦੇ ਦੋਸਤਾਂ ਦੇ ਵੱਲੋਂ ਕਿ ਤਾਬੜਤੋੜ ਫਾਇਰਿੰਗ ਕੀਤੀ ਗਈ। ਜ਼ਬਰਦਸਤ ਫਾਇਰਿੰਗ ਸੀ ਤੇ ਜਿਹੜਾ ਪਿੱਛੇ ਬੈਠਾ ਸੀ ਗੁਰਵਿੰਦਰ, ਸਿੱਧੂ ਦਾ ਦੋਸਤ, ਉਹ ਕਿਉਂਕਿ ਸਿੱਧੂ ਦੀ ਸੀਟ ਔਰ ਜਿਹੜੀ ਪਿਛਲੇ ਵਾਲੀ ਸੀਟ ਹੈ ਥਾਰ ਦੀ, ਉਹਦੇ ਵਿਚਾਲੇ ਹੇਠਾਂ ਡਿੱਗ ਗਿਆ ਸੀ। ਉਸਨੇ ਆਪਣੇ ਆਪ ਨੂੰ ਸੇਵ ਕਰਨ ਦੇ ਲਈ ਸਿਰ ਨੀਚੇ ਕਰ ਲਿਆ। ਤਾਂ ਉਹਨੇ ਕਿਹਾ ਕਿ ਜਦੋਂ ਕੁਝ ਸੈਕਿੰਡ ਬਾਅਦ ਫਾਇਰਿੰਗ ਰੁਕੀ ਤਾਂ ਉਸਨੂੰ ਲੱਗਿਆ ਕਿ ਹੁਣ ਗੋਲੀਬਾਰੀ ਰੁਕ ਗਈ ਹੈ। ਉਸਨੇ ਦੁਬਾਰਾ ਸਿਰ ਉੱਪਰ ਚੱਕ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੁਬਾਰਾ ਤਾਬੜਤੋੜ ਫਾਇਰਿੰਗ ਸ਼ੁਰੂ ਹੋ ਗਈ। ਇਹ ਵੀ ਦੱਸਦੇ ਨੇ ਸਿੱਧੂ ਦੇ ਦੋਸਤ ਕਿ ਫਾਇਰਿੰਗ ਕਰਨ ਤੋਂ ਬਾਅਦ ਜਿਹੜੇ ਹਮਲਾਵਰ ਸੀ ਵਾਪਸ ਆਏ